Hello everyone, welcome back to Suksham Ma'am Ki classes. I hope you all are doing great and preparing well for your upcoming bi-monthly test. So kids, as you can see, today we are going to solve English sample paper of class 9th session 22-23. Total marks are 40. क्वेश्चन पेपर ਦਾ ਸਟਰਕਚਰ ਤੁਹਾਨੂੰ ਪਤਾ ਹੀ ਹੈ। ਜਿਨ੍ਹਾਂ ਨੂੰ ਨਹੀਂ ਪਤਾ ਹੈ ਉਹ ਇਸ ਵਕਤ ਉੱਪਰ ਦਿੱਤੇ ਹੋਏ ਲਿੰਕ ਨੂੰ ਕਲਿੱਕ ਕਰਕੇ ਆਪਣੇ ਕੁਐਸਚਨ ਪੇਪਰ ਦੇ ਸਟਰਕਚਰ ਨੂੰ ਸਮਝ ਸਕਦੇ ਨੇ ਤੇ ਉਸੇ ਅਕੋਰਡਿੰਗਲੀ ਆਪਣੀ ਤਿਆਰੀ ਕਰ ਸਕਦੇ ਨੇ। ਸੋ ਨਾਓ ਲੈਟਸ ਸਟਾਰਟ। ਸਭ ਤੋਂ ਪਹਿਲਾਂ ਆਇਆ ਸਾਡਾ ਸੈਕਸ਼ਨ A। ਇਹਦੇ ਵਿੱਚ ਤੁਹਾਨੂੰ ਦੋ ਕੰਪਰੀਹੈਂਸ਼ਨਸ ਹੋਣਗੇ, ਇੱਕ ਰੀਡਿੰਗ ਪੈਸੇਜ ਹੈ, ਇੱਕ ਪੋਸਟਰ ਕੰਪਰੀਹੈਂਸ਼ਨ ਹੈ। ਦੋਨੋਂ 5-5 ਮਾਰਕਸ ਦੇ ਹੋਣਗੇ। ਸੋ ਰੀਡਿੰਗ ਸੈਕਸ਼ਨ ਤੁਹਾਡਾ ਹੋ ਗਿਆ 10 ਮਾਰਕਸ ਦਾ। ਜੇ ਤੁਸੀਂ ਹੋਰ ਪ੍ਰੈਕਟਿਸ ਕਰਨਾ ਚਾਹੋ ਤੁਸੀਂ ਮੇਰੀ ਨੈਸ਼ ਦੀ ਪਲੇਲਿਸਟ ਖੋਲ ਸਕਦੇ ਹੋ। ਉਸ ਪਲੇਲਿਸਟ ਦਾ ਲਿੰਕ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ। ਉਹਦੇ ਵਿੱਚ ਤੁਹਾਨੂੰ ਹੋਰ ਕਈ ਕੰਪਰੀਹੈਂਸ਼ਨ ਸੋਲਵਡ ਵੇਖਣ ਨੂੰ ਮਿਲ ਸਕਦੀਆਂ ਨੇ, ਤੁਸੀਂ ਪ੍ਰੈਕਟਿਸ ਕਰ ਸਕਦੇ ਹੋ। ਰੀਡ ਦ ਪੈਸੇਜ ਐਂਡ ਆਨਸਰ ਦੀ ਕੁਐਸਚਨਸ ਦੈਟ ਫੋਲੋ। ਪੈਸੇਜ ਨੂੰ ਰੀਡ ਕਰੋ ਤੇ ਕੁਐਸਚਨ ਨੂੰ ਆਨਸਰ ਕਰਨਾ ਹੈ। ਜੋ ਮੇਰੀ ਵੀਡੀਓਜ਼ ਰੈਗੂਲਰਲੀ ਵੇਖਦੇ ਆ ਰਹੇ ਨੇ, ਜਿਨ੍ਹਾਂ ਨੇ 8th ਦੇ ਵਿੱਚ ਮੇਰੀ ਵੀਡੀਓਜ਼ ਵੇਖੀਆਂ ਨੇ, ਉਹਨਾਂ ਨੂੰ ਪਤਾ ਹੋਏਗਾ ਕਿ ਪਹਿਲਾਂ ਅਸੀਂ ਕੁਐਸਚਨ ਰੀਡ ਕਰਦੇ ਹਾਂ। क्वेश्चन रीड किते होंगे तो इजीली पैसेज दे विचों आंसर्स मिल जाते हैं रीडिंग करते हुए। सो लेट्स रीड द क्वेश्चंस फर्स्ट। क्वेश्चन नंबर 1, द बेसिक नीड ऑफ अ गुड कन्वर्सेशन इज। क्वेश्चन नंबर 2, द मोस्ट इंपॉर्टेंट थिंग इन अ गुड कन्वर्सेशन इज। थर्ड, what should be avoided in good conversation. Fourth, the appropriate title for the passage is. And fifth is, choose the synonyms of illness and genius. क्वेश्चन रीड हो चुके हैं। नाउ लेट्स रीड द पैसेज। कन्वर्सेशन इज इंडीड द मोस्ट इजीली टीचेबल ऑफ ऑल आर्ट्स। कन्वर्सेट करना, कन्वर्सेशन करना, किसी नाल गलबात करना, यह सब तो ईजी तरीका है किसी ਨੂੰ ਸਿਖਾਉਣ ਦਾ ਕਿ ਤੁਸੀਂ ਕਿਸ ਨਾਲ ਗੱਲ ਕਿਵੇਂ ਕਰਨੀ। ਠੀਕ ਹੈ। all you need to do in order to become a good conversationist is to find a subject that interests you and your listener। ਹੁਣ ਤੁਸੀਂ ਕਿਵੇਂ ਇੱਕ ਵਧੀਆ ਕਨਵਰਸੇਸ਼ਨਿਸਟ ਬਣ ਸਕਦੇ ਹੋ, ਗੱਲਬਾਤ ਕਰਨ ਵਾਲੇ ਬੰਦੇ ਬਣ ਸਕਦੇ ਹੋ। ਤੁਸੀਂ ਕੀ ਕਰਨਾ ਹੈ, ਸਭ ਤੋਂ ਪਹਿਲਾਂ ਇੱਕ ਕਾਮਨ ਸਬਜੈਕਟ ਚੁੱਕਣਾ ਹੈ ਜਿਹਦੇ ਵਿੱਚ ਤੁਹਾਨੂੰ ਵੀ ਇੰਟਰਸਟ ਹੈ ਤੇ ਤੁਹਾਡਾ ਜੋ ਬੰਦਾ ਜਿੰਨਾ ਤੁਸੀਂ ਗੱਲ ਕਰ ਰਹੇ ਹੋ, ਜੋ ਲਿਸਨਰ ਹੈ, ਉਹਨੂੰ ਵੀ ਉਹਦੇ ਵਿੱਚ ਇੰਟਰਸਟ ਹੋਵੇ। देयर आर फॉर एग्जाम्पल नंबरलेस हॉबीज टू टॉक अबाउट। जे ਅਸੀਂ एग्जाम्पल ਲੈਂਦੇ ਹਾਂ, ਬਹੁਤ ਸਾਰੀ हॉबीज ਨੇ ਜਿਹਦੇ ਬਾਰੇ ਅਸੀਂ ਗੱਲ ਕਰ ਸਕਦੇ ਹਾਂ। But the important thing is that you must talk about the other fellow's hobbies rather than your own। But ਸਭ ਤੋਂ ਜ਼ਰੂਰੀ ਗੱਲ ਇਹ ਧਿਆਨ 'ਚ ਰੱਖਣ ਵਾਲੀ ਹੈ ਕਿ ਤੁਸੀਂ ਆਪਣੇ ਸਾਹਮਣੇ ਵਾਲੇ ਬੰਦੇ ਦੀ ਹੌਬੀਜ਼ ਨੂੰ ਡਿਸਕਸ ਕਰੋ, ਨਾ ਕਿ ਆਪਣੇ। ਠੀਕ ਹੈ। ਬੇਸਿਕਲੀ ਤੁਸੀਂ ਦੋਨਾਂ ਦੇ ਇੰਟਰਸਟ ਨੂੰ ਮੱਦੇਨਜ਼ਰ ਰੱਖਦੇ ਹੋਏ ਕਨਵਰਸੇਸ਼ਨ ਕਰਨੀ ਹੈ। ਤੁਸੀਂ ਆਪਣੇ ਬਾਰੇ ਬੋਲਦੇ ਰਹੋਗੇ, ਦੂਜਾ ਬੰਦਾ ਬੋਰ ਹੋ ਜਾਏਗਾ। ਸੋ ਇੱਥੋਂ ਸਾਨੂੰ ਸਾਡਾ ਫਸਟ ਆਂਸਰ ਮਿਲਦਾ ਪਿਆ। ਦ ਬੇਸਿਕ ਨੀਡ ਆਫ ਅ ਗੁੱਡ ਕਨਵਰਸੇਸ਼ਨ ਇਜ਼ ਆਪਸ਼ਨ ਸੀ, a subject that interests both speaker and the listener। There lies the secret of your popularity। ਜੇ ਤੁਸੀਂ ਇਹੋ ਜਿਹਾ ਬੰਦਾ ਬਣੋਗੇ ਜੋ ਦੂਜਿਆਂ ਦੇ ਵਿਚਾਰਾਂ ਨੂੰ ਤੇ ਆਪਣੇ ਵਿਚਾਰਾਂ ਨੂੰ ਇਕੱਠਾ ਸੋਚ ਕੇ ਕੋਈ ਗੱਲਬਾਤ ਕਰਦਾ ਹੈ, ਤੁਹਾਡੀ ਪਪੂਲੈਰਿਟੀ ਵਧੇਗੀ, ਲੋਕੀ ਤੁਹਾਡੇ ਨਾਲ ਗੱਲ ਕਰਨਾ ਪਸੰਦ ਕਰਨਗੇ, ਤੁਹਾਡੀ ਕੰਪਨੀ ਨੂੰ ਇੰਜੋਏ ਕਰਨਗੇ। Talk to your friends about the things that interest them and you will get a reputation for good fellowship, charming wit and brilliant mind। So they are saying ਕਿ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਉਹੀ ਗੱਲ ਆਪਣੇ ਫਰੈਂਡਸ ਨਾਲ ਕਰੋ ਜੋ ਉਹਨਾਂ ਨੂੰ ਪਸੰਦ ਹੋਵੇ, ਉਹਨਾਂ ਦੇ ਇੰਟਰਸਟ ਦੀ ਹੋਵੇ। ਇਸ ਨਾਲ ਤੁਹਾਡੀ ਰੈਪੂਟੇਸ਼ਨ ਬਹੁਤ ਅੱਛੀ ਬਣੇਗੀ, ਤੁਹਾਨੂੰ ਅੱਛਾ ਇੱਕ ਫੈਲੋਸ਼ਿਪ ਮੰਨਿਆ ਜਾਏਗਾ, ਫਰੈਂਡ ਮੰਨਿਆ ਜਾਏਗਾ, ਤੁਹਾਡੀ ਪਰਸਨੈਲਿਟੀ ਚਾਰਮਿੰਗ ਲੱਗੇਗੀ, ਤੁਹਾਡਾ ਦਿਮਾਗ ਬ੍ਰਿਲੀਅੰਟ ਲੱਗੇਗਾ ਅਗਲੇ ਬੰਦੇ ਨੂੰ, ਤੁਹਾਡੇ ਆਸ-ਪਾਸ ਜੋ ਲੋਕ ਨੇ। There is nothing that pleases people so much as your interest in their interest। ਇਹ ਤੋਂ ਜ਼ਿਆਦਾ ਕਿਸੇ ਬੰਦੇ ਨੂੰ ਕੋਈ ਖੁਸ਼ ਨਹੀਂ ਦੇ ਸਕਦਾ ਜੋ ਕਿ ਕਿਹੜੀ ਗੱਲ ਦੇ ਸਕਦੀ ਹੈ ਕਿ ਤੁਸੀਂ ਉਹਦੇ ਇੰਟਰਸਟ ਦੇ ਵਿੱਚ ਇੰਟਰਸਟ ਲੈ ਰਹੇ ਹੋ, ਕਿ ਉਹਨੂੰ ਜੋ ਪਸੰਦ ਹੈ ਤੁਸੀਂ ਉਹਦੇ ਬਾਰੇ ਗੱਲ ਕਰ ਰਹੇ ਹੋ। ਅਗਲਾ ਬੰਦਾ ਇਸ ਕਨਵਰਸੇਸ਼ਨ ਨੂੰ ਬਹੁਤ ਇੰਜੋਏ ਕਰੇਗਾ, ਤੁਹਾਡੇ ਨਾਲ ਗੱਲ ਕਰਨਾ ਬਹੁਤ ਪਸੰਦ ਕਰੇਗਾ, ਬਿਕੋਜ਼ ਤੁਸੀਂ ਉਹਨੂੰ ਸੁਣ ਰਹੇ ਹੋ ਤੇ ਉਹਦੇ ਹੀ ਇੰਟਰਸਟ ਦੇ ਬਾਰੇ ਡਿਸਕਸ਼ਨ ਕਰ ਰਹੇ ਹੋ। It is just as important to know what subjects to avoid as what subjects to select for good conversation। ਹੁਣ ਗੱਲ ਕੀ ਕਰਨੀ ਹੈ ਉਹ ਤੇ ਇੰਪੋਰਟੈਂਟ ਹੈ ਹੀ ਹੈ, ਹੁਣ ਗੱਲ ਕਿਹੜੀ ਨਹੀਂ ਕਰਨੀ ਹੈ ਇੱਕ ਕਨਵਰਸੇਸ਼ਨ ਦੇ ਵਿੱਚ ਉਹ ਵੀ ਬਹੁਤ ਇੰਪੋਰਟੈਂਟ ਹੈ। ਠੀਕ ਹੈ। ਸੈਕਿੰਡ ਆਂਸਰ ਸਾਡਾ ਆ ਗਿਆ ਸੀ, ਪਹਿਲੇ ਅਸੀਂ ਨਹੀਂ ਟਿਕ ਕੀਤਾ। ਦ ਮੋਸਟ ਇੰਪੋਰਟੈਂਟ ਥਿੰਗ ਇਨ ਅ ਗੁੱਡ ਕਨਵਰਸੇਸ਼ਨ ਇਜ਼ ਟੂ ਟਾਕ ਅਬਾਊਟ ਅਦਰ ਫੈਲੋਜ਼ ਹੌਬੀ। ਸੋ ਆਪਸ਼ਨ ਬੀ।
If you don't want to set down a wet blanket or bore, be careful to avoid such unpleasant topics. Avoid talking about yourself unless you are asked to do so. ਹੁਣ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕਨਵਰਸੇਸ਼ਨ ਖਰਾਬ ਨਾ ਹੋ ਜਾਏ, ਤੁਹਾਡੇ ਬੰਦੇ ਨਾਲ ਗੱਲਬਾਤ ਖਰਾਬ ਨਾ ਹੋ ਜਾਏ, ਤੁਹਾਨੂੰ ਬੰਦਾ ਅਵੋਇਡ ਨਾ ਕਰੇ, ਤੁਹਾਡੀ ਕੰਪਨੀ ਨੂੰ ਬੋਰਿੰਗ ਸਮਝੇ, ਤੁਸੀਂ ਬਹੁਤ ਵਾਈਜ਼ਲੀ ਚੂਜ਼ ਕਰਨੇ ਨੇ ਕਿਹੜੇ ਟੌਪਿਕ ਤੁਸੀਂ ਡਿਸਕਸ ਕਰਨੇ ਨੇ। ਇਹੋ ਜਿਹੇ ਟੌਪਿਕ ਕੋਈ ਨਾ ਡਿਸਕਸ ਕਰੋ ਜਿਸ ਨਾਲ ਤੁਹਾਡੀ ਅਗਲੇ ਬੰਦੇ ਨਾਲ ਲੜਾਈ ਹੋ ਜਾਏ, ठीक है। So here you can say what should be avoided in good conversation and unpleasant topic, option A। ਹੁਣ ਕੀ ਅਵੋਇਡ ਕਰਨਾ ਹੈ? ਇਹ ਲਾਈਨ, ਅਵੋਇਡ ਟਾਕਿੰਗ ਟੂ ਅਬਾਊਟ yourself unless you are asked to do so। ਆਪਣੇ ਬਾਰੇ ਤੁਸੀਂ ਗੱਲ ਜ਼ਿਆਦਾ ਨਹੀਂ ਕਰਨੀ ਹੈ ਜਦ ਤੱਕ ਤੁਹਾਨੂੰ ਪੁੱਛਿਆ ਨਾ ਜਾਵੇ। ਐ ਨਹੀਂ ਆਪਣੇ ਬਾਰੇ ਗੱਲ ਕਰਦੇ ਜਾ ਰਹੇ ਦੂਜੇ ਬੰਦੇ ਨੇ ਪੁੱਛਿਆ ਵੀ ਨਹੀਂ। ਇਹੋ ਜਿਹੀ ਕੰਪਨੀ ਕੋਈ ਇੰਜੋਏ ਨਹੀਂ ਕਰਦਾ, ਤੁਸੀਂ ਵੀ ਇੰਜੋਏ ਨਹੀਂ ਕਰਦੇ ਹੋਗੇ ਕਿ ਅਗਲਾ ਬੰਦਾ ਸਭ ਆਪਣੀ ਤਾਰੀਫਾਂ ਕਰੀ ਜਾ ਰਿਹਾ, ਆਪਣੇ ਬਾਰੇ ਗੱਲ ਕਰੀ ਜਾ ਰਿਹਾ, ਆਪਣੇ ਦੁੱਖੜੇ ਰੋਈ ਜਾ ਰਿਹਾ। You won't enjoy such person's company, right? People are interested in their own problems, not in yours। ਲੋਕਾਂ ਨੂੰ ਆਪਣੇ ਪ੍ਰੋਬਲਮਸ ਦੀ ਪਈ ਹੈ, ਤੁਹਾਡੇ ਪ੍ਰੋਬਲਮਸ ਦੀ ਨਹੀਂ ਪਈ ਹੈ। ਤੁਸੀਂ ਬਿਮਾਰ ਹੋ, sickness or death bores everybody। ਬਿਮਾਰੀ ਤੇ ਮੌਤ ਬਾਰੇ ਗੱਲਾਂ ਸਭ ਨੂੰ ਬੋਰ ਕਰਦੀਆਂ ਨੇ। The only one who willingly listens to such talk is the doctor, but he gets paid for it। ਇੱਕ ਹੀ ਬੰਦਾ ਜੋ ਤੁਹਾਡੀ ਬਿਮਾਰੀਆਂ, ਤੁਹਾਡੀਆਂ ਮੁਸੀਬਤਾਂ ਬਾਰੇ ਸੁਣਦਾ ਹੈ, that's a doctor, ਤੇ ਉਹਦੇ ਵੀ ਉਹਨੂੰ ਪੈਸੇ ਮਿਲਦੇ ਨੇ, ਉਹ ਵੀ ਫ੍ਰੀ ਚ ਨਹੀਂ ਸੁਣਦਾ, ਠੀਕ ਹੈ। Fourth is the appropriate title for the passage is। ਹੁਣ ਇਸ passage ਦਾ appropriate title ਕੀ ਹੋਣਾ ਚਾਹੀਦਾ ਹੈ? Art of good conversation, option C। And last is choose the synonyms of illness and genius। illness the synonym same meaning, ठीक है। S for synonym, S for same meaning। illness ਦਾ ਹੁੰਦਾ ਹੈ sickness, right? ਹੁਣ sickness ਦੋ ਜਗ੍ਹਾ A ਤੇ B। genius ਦਾ ਹੁੰਦਾ ਹੈ brilliant। so option A is your answer। synonym of illness and genius is sickness and brilliant। नेक्स्ट कम्स योर पोस्टर कॉम्प्रीहेंशन, ठीक है। पोस्टर दिता हुआ है 5 मार्क्स का, 5 क्वेश्चंस ने। योर राइट्स अंडर BC's मेंटल हेल्थ एक्ट। व्हाट इज द थीम ऑफ द पोस्टर? राइट्स अंडर मेंटल हेल्थ एक्ट, ऑप्शन बी। इफ यू हैव बीन सर्टिफाइड एज इनवॉलंटरी पेशेंट अंडर द मेंटल हेल्थ एक्ट, ऑप्शन इधर की कंटिन्यू करना है। यू विल बी इग्नोर्ड, यू विल बी पनिश्ड, यू स्टिल हैव राइट्स, ऑल ऑफ द अबव। ਜੇ ਤੁਸੀਂ ਬਿਮਾਰ ਵੀ ਹੋ ਗਏ ਹੋ, ਤੁਹਾਡੇ ਕੋਲ ਫਿਰ ਵੀ ਕੀ ਹੈ? ਇਫ ਯੂ ਹੈਵ ਬੀਨ ਸਰਟੀਫਾਈਡ ਐਜ਼ ਦੀ ਇਨਵੋਲੰਟਰੀ ਪੇਸ਼ੈਂਟ ਅੰਡਰ ਦੀ ਐਕਟ, ਯੂ ਸਟਿਲ ਹੈਵ ਰਾਈਟਸ, ਵੱਡਾ ਵੱਡਾ ਲਿਖਿਆ ਹੋਇਆ ਹੈ। ਸੋ ਆਪਸ਼ਨ ਸੀ। ਇਫ ਯੂ ਵਾਂਟ ਟੂ ਲਰਨ ਮੋਰ ਅਬਾਊਟ ਯੋਰ ਰਾਈਟਸ, ਯੂ ਵਿਲ ਆਸਕ ਅ ਨਰਸ ਫॉर ਦ ਕਾਪੀ ਆਫ ਅ ਡੈਸ਼। ਜੇ ਤੁਸੀਂ ਆਪਣੇ ਰਾਈਟਸ ਦੇ ਬਾਰੇ ਹੋਰ ਜਾਣਨਾ ਚਾਹੁੰਦੇ ਹੋ, ਤੁਸੀਂ ਨਰਸ ਨੂੰ ਕੀ ਪੁੱਛ ਸਕਦੇ ਹੋ? ਇੱਥੇ ਲਿਖਿਆ ਹੈ ਆਸਕ ਅ ਨਰਸ ਫॉर ਅ ਕਾਪੀ ਆਫ ਫਾਰਮ 13। ਸੋ ਆਪਸ਼ਨ ਏ। under mental health act you have a right dash। ਹੁਣ ਤੁਹਾਨੂੰ ਕਿਹੜੇ ਕਿਹੜੇ ਰਾਈਟ ਨੇ? to know where you are, to know why have you been certified, to speak with a lawyer, all of the above। ਇੱਥੇ ਚੈੱਕ ਕਰ ਸਕਦੇ ਹੋ, ਇੱਥੇ ਜੋ ਲਿਖਿਆ ਹੈ, ਇੱਥੇ you know where you are, to know where you are, to know why you have been certified, ਡਾਕਟਰ को एग्जामिन दूजे को करवा सकना, ਰਿਵਿਊ ਕਰ ਸਕਣਾ ਆਪਣੀ, ਜਿਵੇਂ ਇੱਕ ਡਾਕਟਰ ਨੇ ਕਿਹਾ ਤੁਸੀਂ ਬਿਮਾਰ ਹੋ, ਤੁਸੀਂ ਦੂਜੇ ਡਾਕਟਰ ਕੋਲ ਵੀ ਜਾ ਸਕਦੇ ਹੋ, ਤੁਸੀਂ ਲਾਇਰ ਨਾਲ ਗੱਲ ਕਰ ਸਕਦੇ ਹੋ, ਤੁਸੀਂ ਇੱਕ ਸਾਈਕੈਟ੍ਰਿਸਟ opinion ਲੈ ਸਕਦੇ ਹੋ, ਟ੍ਰੀਟਮੈਂਟ ਲੈ ਸਕਦੇ ਹੋ। ਸੋ ਇਹਦੇ ਅਕੋਰਡਿੰਗਲੀ all of the above। you have a right to ask for a second medical opinion from other doctor। ਤੁਹਾਡੇ ਕੋਲ ਰਾਈਟ ਹੈ, ਤੁਸੀਂ ਦੂਸਰੇ ਡਾਕਟਰ ਕੋਲੋਂ ਸੈਕੰਡ ਓਪੀਨੀਅਨ ਲੈ ਸਕਦੇ ਹੋ। ਕਿਹਦੇ ਬਾਰੇ ਸੈਕੰਡ ਓਪੀਨੀਅਨ ਲੈ ਸਕਦੇ ਹੋ? ਅਬਾਊਟ ਯੋਰ ਸਾਈਕੈਟ੍ਰਿਕ ਟ੍ਰੀਟਮੈਂਟ, ਜੋ ਟ੍ਰੀਟਮੈਂਟ ਚੱਲ ਰਹੀ ਹੈ ਤੁਹਾਡੇ ਨਾਲ ਠੀਕ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ, ਤੁਸੀਂ ਇਹਦੀ ਗੱਲਬਾਤ ਦੂਜੇ ਡਾਕਟਰ ਨਾਲ ਵੀ ਕਰ ਸਕਦੇ ਹੋ। Now next comes your section B, literature and poetry। answer the following question in 15 to 20 words each, ठीक है। 3 क्वेश्चंस ने, 2 मार्क ਦਾ ਇੱਕ क्वेश्चन ਹੈ, ਟੋਟਲ ਹੋ ਗਏ 6 ਮਾਰਕਸ। ਹਰ क्वेश्चन ਨੂੰ 15 ਤੋਂ 20 वर्ड्स ਦੇ ਵਿੱਚ ਆਨਸਰ ਕਰਨਾ ਹੈ। ਦੋ ਹੀ ਚੈਪਟਰ ਨੇ, blooming of a boy, plants also breathe and feed। so first question is what should Lincoln's son be steered away from। ਲਿੰਕਨ ਦੇ ਮੁੰਡੇ ਨੂੰ ਕਿਸ ਚੀਜ਼ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ? ਰੱਖਿਆ ਜਾਣਾ ਚਾਹੇਗਾ ਮਤਲਬ ਕਿ ਚਾਹੁੰਦਾ ਹੈ ਕਿ ਉਹਨੂੰ ਦੂਰ ਰੱਖਿਆ ਜਾਵੇ। he should be steered away from envy, jealousy ਤੋਂ ਦੂਰ ਰੱਖਿਆ ਜਾਵੇ। what could the instrument measure। ਉਹ instrument ਜੋ ਬਣਾਇਆ ਗਿਆ ਸੀ ਉਹ ਕੀ ਮਾਪ ਸਕਦਾ ਸੀ, measure ਕਰ ਸਕਦਾ ਸੀ? it could measure the growth of plants, or plants ਦੀ growth ਨੂੰ measure ਕਰ ਸਕਦਾ ਸੀ। where did Bose go for higher studies। ਉੱਚੀ ਸਿੱਖਿਆ ਪ੍ਰਾਪਤ ਕਰਨ ਲਈ ਬੋਸ ਕਿੱਥੇ ਗਏ ਸਨ? he went to England। next is answer the following question in 30 to 40 words, one question and this carries 3 marks।
Why did the magistrate punish him? What was the punishment? The farmer said that the boy was a thief. The police arrested him. They found 1,000 gold coins with him. The magistrate believed the farmer's story and ordered the boy to be hanged at once. Read the stanza carefully and answer the questions. 4 marks ते है, 2 question ने, 1 question 2 marks, 2 question 4 marks. Name the poem and the poet. एक ही poem है. Open thy eyes and see the world by Rabindranath Tagore. Who is our master? God is our master. Next comes section C, vocabulary, grammar and writing. 17 marks का ਤੁਹਾਡਾ section है. सब तो पहला आ गया vocabulary. She gave dash to a male child. Option है BIRTH birth और BERTH birth. Pronunciation same है, spelling different है, meaning different है. ਉਹਨੇ एक ਮੁੰਡੇ ਨੂੰ पैदा ਕੀਤਾ. So BIRTH birth आएगा. This birth means railway ਦਾ ਡੱਬਾ, train ਦਾ ਡੱਬਾ. Use the following words in the form of noun and adjective. जो word ਦਿੱਤੇ ਨੇ ਉਹਨਾਂ ਦਾ as a noun ਵੀ sentence बनाना है, ਉਹਨੂੰ as adjective ਰੱਖਦੇ ਹੋਏ ਵੀ sentence बनाना है. Light noun ਦੀ ਤਰ੍ਹਾਂ ਵੇਖਾਂਗੇ, the light was beginning to fail. जो ਬੱਤੀ ਹੈ ਉਹ ਘੱਟ ਹੁੰਦੀ ਜਾ ਰਹੀ ਸੀ, ਰੋਸ਼ਨੀ ਘੱਟ ਹੁੰਦੀ ਜਾ ਰਹੀ ਸੀ. ਇੱਥੇ light noun है. Adjective, the sky turned light more once more. जो आसमान ਸੀ ਉਹ ਹੋਰ light ਹੋ ਗਿਆ, ਫਿੱਕਾ ਹੋ ਗਿਆ, मतलब कि रोशनी घट गई. ਇਹਦੇ ਵਿੱਚ ਅਸੀਂ sky ਨੂੰ एडजेक्टिव लाया है लाइट नू, ठीक है, कि स्काई लाइट हो गया, तो उत्थे लाइट घट रही है, वो नाउन है. फास्ट, व्हेन आई फास्ट आई ईट नो फूड एंड आई ओनली ड्रिंक वाटर. जो मैं फास्ट करता हूँ, इत्थे फास्ट वर्त रखने वाला है, वो नाउन है. एडजेक्टिव जो हो जाएगा, शी इज अ वेरी फास्ट रनर, और बहुत तेज दौड़ती है. एडजेक्टिव विशेषण दसदा. गिव द सिनोनियम ऑफ ऑर्डिनरी. ऑर्डिनरी दा सिनोनियम की हुंदा है? बहुत ईजी है. ਇਹਦਾ आंसर ਤੁਸੀਂ ਮੈਨੂੰ ਦੱਸਣਾ ਹੈ ਕਮੈਂਟ ਸੈਕਸ਼ਨ 'ਚ. ਲੈਟਸ ਸੀ ਕੌਣ ਸਭ ਤੋਂ ਪਹਿਲਾਂ ਇਹਦਾ ਆਨਸਰ ਮੈਨੂੰ ਦਿੰਦਾ ਹੈ. ਗ੍ਰਾਮਰ, ਡੂ ਐਜ਼ ਡਾਇਰੈਕਟਡ. ਅ quarrel arose dash the two sister. ਹੁਣ ਇੱਥੇ ਪ੍ਰੈਪੋਜੀਸ਼ਨ ਲਾਣੀ ਹੈ. ਬੱਚੇ ਮੋਸਟਲੀ ਬਿਟਵੀਨ ਤੇ ਅਮੰਗ ਵਿੱਚ ਕਨਫਿਊਜ਼ ਰਹਿੰਦੇ ਨੇ. ਜਦੋਂ ਦੋ ਬੰਦੇ ਜਾਂ ਦੋ ਇੰਡੀਵਿਜੂਅਲ ਇਨਵੋਲਵ ਹੈ ਜਾਂ ਦੋ ਚੀਜ਼ਾਂ ਦੇ ਵਿੱਚ ਗੱਲ ਹੋ ਰਹੀ ਹੈ ਤਾਂ ਬਿਟਵੀਨ ਲੱਗਦਾ ਹੈ. ਜਦੋਂ ਜ਼ਿਆਦਾ ਲੋਕੀ ਨੇ ਤਦ ਅਮੰਗ ਲੱਗਦਾ ਹੈ. ਹੁਣ ਜੋ ਲੜਾਈ ਹੈ ਦੋ ਸਿਸਟਰਸ ਦੇ ਵਿੱਚ ਹੋਈ ਹੈ, ਸੋ ਬਿਟਵੀਨ ਲੱਗੇਗਾ. ਜੇ ਅਮੰਗ ਦਾ ਐਗਜ਼ਾਮਪਲ ਲਈਏ ਅਸੀਂ ਤਾਂ ਅਮੰਗ ਦਾ ਮਤਲਬ ਹੁੰਦਾ ਹੈ ਜਿਵੇਂ ਪਲੀਜ਼ ਡਿਸਟ੍ਰੀਬਿਊਟ ਥੀਸ ਕਾਪੀਜ਼ ਅਮੰਗ ਦੀ ਸਟੂਡੈਂਟਸ, ਕਿ ਬੱਚਿਆਂ ਨੂੰ ਇਹ ਕਾਪੀ ਵੰਡ ਦਿਓ. ਉੱਥੇ ਅਮੰਗ ਆਏਗਾ ਬਿਕੋਜ਼ ਜ਼ਿਆਦਾ ਲੋਕ ਨੇ. ਬਿਟਵੀਨ ਦੋ ਚੀਜ਼ਾਂ ਦੇ ਵਿੱਚ ਹੁੰਦਾ ਹੈ. ਨੈਕਸਟ, the mother looks dash the child. Again preposition looks after ही ਹੁੰਦਾ है. I have been suffering from fever dash Monday. Since Monday. मैं Monday तो ही मैनू बुखार हो रहा है, मैं सफर कर रहा हूँ. The dog is a faithful animal. बहुत easy determiner लाने ने. 5 boys stood in dash row. 5 मुंडे dash row विच खड़े हुए. Each row विच खड़े हुए. हर एक row विचों खड़े हुए. ठीक है. फ्यू रो नहीं आएगा, फ्यू मतलब थोड़ा, ईच मतलब हर एक. ठीक है, हर एक, ईच बॉय, ईच रो. You are Sohan living at 274 Gandhi Estate, Patiala. Write a letter to your cousin asking him to spend summer vacation together. ਤੁਸੀਂ ਸੋਹਨ ਹੋ, ਐਡਰੈਸ ਤੁਸੀਂ ਇਹੀ ਲਿਖਣਾ ਹੈ ਆਪਣਾ. ਤੁਸੀਂ ਆਪਣੇ ਕਜ਼ਨ ਨੂੰ ਲੈਟਰ ਲਿਖਣੀ ਹੈ ਕਿ ਅਸੀਂ ਇਕੱਠੇ ਸਮਰ ਵੈਕੇਸ਼ਨ ਗਰਮੀ ਦੀ ਛੁੱਟੀਆਂ ਬਿਤਾਈਏ. ਹੁਣ ਇੱਥੇ ਜੋ ਐਡਰੈਸ ਹੈ ਰੋਂਗ ਹੈ, ਤੁਸੀਂ ਉਹ ਐਡਰੈਸ ਲਿਖਣਾ ਹੈ ਜੋ ਤੁਹਾਨੂੰ ਉੱਤੇ ਲਿਖਿਆ ਹੋਇਆ ਹੈ. ਡੇਟ ਵੀ ਤੁਸੀਂ ਆਪਣੇ ਅਕੋਰਡਿੰਗ ਪਾਣੀ ਹੈ. ਤੁਸੀਂ ਇੱਥੇ ਆਪਣਾ ਐਡਰੈਸ ਲਿਖਣਾ ਹੈ ਜੋ ਤੁਸੀਂ ਜਿੱਥੇ ਤੁਸੀਂ ਰਹਿੰਦੇ ਹੋ. ਤੁਸੀਂ ਆਪਣੇ ਕਜ਼ਨ ਦਾ ਕੁਝ ਵੀ ਨਾਮ ਲਿਖ ਸਕਦੇ ਹੋ ਐਜ਼ ਪਰ ਯੋਰ ਚੋਇਸ. ਤੁਸੀਂ ਇੱਥੇ ਡੇਅਰ ਲਿਖਣਾ ਹੈ ਬਿਕੋਜ਼ ਤੁਹਾਡਾ ਪਿਆਰਾ ਹੁੰਦਾ ਹੈ ਉਹ. ਠੀਕ ਹੈ, ਤੁਹਾਡਾ ਭਰਾ ਹੈ ਉਹ. I am glad to know that your school also has broken up for summer vacation. ਮੈਨੂੰ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਤੇਰੇ ਸਕੂਲ 'ਚ ਵੀ ਗਰਮੀ ਦੀਆਂ ਛੁੱਟੀਆਂ ਪੈ ਗਈਆਂ ਨੇ. We are going to Shimla. ਅਸੀਂ ਸ਼ਿਮਲਾ ਜਾ ਰਹੇ ਹਾਂ. I invite you to spend your vacation with us at Shimla. ਮੈਂ ਤੈਨੂੰ ਇਨਵਾਈਟ ਕਰਦਾ ਹਾਂ ਕਿ ਤੂੰ ਵੀ ਸਾਡੇ ਨਾਲ ਸ਼ਿਮਲਾ 'ਚ ਵੈਕੇਸ਼ਨ ਲਈ ਚਲੇ. Shimla is a beautiful hill station. ਸ਼ਿਮਲਾ ਬਹੁਤ ਹੀ ਇੱਕ ਸੋਹਣਾ ਹਿਲ ਸਟੇਸ਼ਨ ਹੈ. There the air is cool and bracing. ਬਹੁਤ ਠੰਡੀ ਠੰਡੀ ਹਵਾ ਉੱਥੇ ਚੱਲਦੀ ਹੈ. ਬਹੁਤ ਆਨੰਦਮਈ ਮਾਹੌਲ ਉੱਥੇ ਹੁੰਦਾ ਹੈ. We shall go around the various beauty spots there. ਅਸੀਂ ਉੱਥੇ ਵੱਖਰੇ ਵੱਖਰੇ ਸੋਹਣੇ ਸੋਹਣੇ ਸਪੌਟਸ ਤੇ ਜਾਵਾਂਗੇ. ਠੀਕ ਹੈ. Hiking among the mountains have a joy of its own. ਜੋ ਅਸੀਂ ਟਰੈਕਿੰਗ ਕਰਾਂਗੇ, ਜੋ ਅਸੀਂ ਮਾਊਂਟੇਨਸ ਦੇ ਵਿੱਚ ਹਾਈਕਿੰਗ ਕਰਾਂਗੇ, ਉਹਦਾ ਆਪਣਾ ਹੀ ਇੱਕ ਮਜ਼ਾ ਹੈ. We shall have long walks on the hills. ਅਸੀਂ ਪਹਾੜਾਂ ਤੇ ਲੰਬੇ ਹਿਲਸ ਤੇ ਪਹਾੜੀਆਂ ਤੇ ਲੰਬੀ ਲੰਬੀ ਵਾਕਸ ਕਰਾਂਗੇ.
ਅਸੀਂ ਉੱਥੇ ਬਹੁਤ ਗੁੱਡ ਟਾਈਮ ਸਪੈਂਡ ਕਰਾਂਗੇ। ਵੀ ਸ਼ੈਲ ਹੈਵ ਅ ਗੁੱਡ ਟਾਈਮ ਟੂਗੈਦਰ। ਮਾਈ ਪੇਰੈਂਟਸ ਵਿਲ ਬੀ ਗਲੈਡ ਟੂ ਹੈਵ ਯੂ ਵਿਦ ਅਸ। ਮੇਰੇ ਪੇਰੈਂਟਸ ਵੀ ਬਹੁਤ ਖੁਸ਼ ਹੋਣਗੇ ਤੈਨੂੰ ਆਪਣੇ ਨਾਲ ਲੈ ਕੇ ਜਾਣ ਨੂੰ। ਵੀ ਵਿਲ ਲੀਵ ਫॉर ਸ਼ਿਮਲਾ ਔਨ 25th ਜੂਨ। ਅਸੀਂ 25 ਜੂਨ ਨੂੰ ਸ਼ਿਮਲਾ ਜਾ ਰਹੇ ਹਾਂ। ਕਾਈਂਡਲੀ ਰਾਈਟ ਟੂ ਮੀ ਦ ਟਾਈਮ ਐਂਡ ਡੇਟ ਆਫ ਯੋਰ ਅਰਾਈਵਲ। ਕਾਈਂਡਲੀ ਕਿਰਪਾ ਕਰਕੇ ਮੈਨੂੰ ਆਪਣੀ ਆਉਣ ਦਾ ਡੇਟ ਤੇ ਸਮਾਂ ਚਿੱਠੀ ਦੇ ਰਾਹੀਂ ਮੈਨੂੰ ਦੱਸ ਦਿਓ ਲਿਖ ਕੇ। ਯੋਰ ਸਿੰਸੀਅਰਲੀ ਸੋ। ਠੀਕ ਹੈ। ਨੈਕਸਟ ਇਜ਼ ਪੈਰਾਗ੍ਰਾਫ ਮਾਈ ਨੇਬਰ। ਤੁਹਾਡਾ ਪੜੋਸੀ, ਉਹਦੇ ਬਾਰੇ ਤੁਸੀਂ ਪੈਰਾਗ੍ਰਾਫ ਲਿਖਣਾ ਹੈ। ਮਾਈ ਨੇਬਰ ਇਜ਼ ਵਨ who lives near or next to your house. A neighbor is one. So एक neighbor कौन ਹੁੰਦਾ ਹੈ ਜੋ ਤੁਹਾਡੇ ਘਰ ਦੇ ਨਾਲ ਰਹਿੰਦਾ ਹੈ ਜਾਂ ਤੁਹਾਡੇ ਕੋਲ ਰਹਿੰਦਾ ਹੈ। ਜ਼ਰੂਰੀ ਨਹੀਂ ਬਿਲਕੁਲ ਨਾਲ ਦਾ ਘਰ ਹੋਵੇ, ਤੁਹਾਡੇ ਨੇਬਰਿੰਗ ਘਰ ਜੋ ਵੀ ਹੋ ਸਕਦੇ ਹੋ ਸਾਰੇ ਨੇਬਰਸ ਹੀ ਹੁੰਦੇ ਨੇ ਤੁਹਾਡੇ। ਮਾਈ ਨੇਬਰਸ ਨੇਮ ਇਜ਼ ਪ੍ਰੀਤੀ। ਤੁਸੀਂ ਕੋਈ ਵੀ ਨਾਮ ਲਿਖ ਸਕਦੇ ਹੋ। ਸ਼ੀ ਇਜ਼ ਵੈਰੀ ਕਾਈਂਡ ਟੂ ਮੀ। ਉਹ ਮੇਰੇ ਨਾਲ ਬਹੁਤ ਪਿਆਰ ਕਰਦੀ ਹੈ, ਉਹ ਮੈਨੂੰ ਬਹੁਤ ਕਾਈਂਡਲੀ ਬਿਹੇਵ ਕਰਦੀ ਹੈ, ਮੇਰੇ ਨਾਲ ਬਹੁਤ ਦਿਆਲੂਤਾ ਨਾਲ ਬਿਹੇਵ ਕਰਦੀ ਹੈ। ਮਾਈ ਨੇਬਰ ਗਿਵਸ ਮੀ ਚੋਕਲੇਟਸ ਵੈਨ ਐਵਰ ਆਈ ਵਿਜ਼ਿਟ ਹਰ। ਮੈਂ ਜਦੋਂ ਵੀ ਉਹਨੂੰ ਵਿਜ਼ਿਟ ਕਰਦਾ, ਉਹਨੂੰ ਮਿਲਣ ਜਾਂਦਾ ਹਾਂ ਜਾਂ ਜਾਂਦੀ ਹਾਂ, ਉਹ ਮੈਨੂੰ ਚੋਕਲੇਟਸ ਦਿੰਦੀ ਹੈ। ਹਰ ਹॉबीज आर गार्डनिंग एंड कुकिंग। ਉਹਦੀ ਜੋ हॉबीज है ਉਹਦੇ ਬਾਰੇ ਤੁਸੀਂ ਦੱਸਣਾ ਹੈ ਨਾ। ਉਹਦੀ हॉबीज है गार्डनिंग करना, पेड़ पौधे लाना ਤੇ कुकिंग करना, खाना बनाना। she makes good cookies and cakes। ਹੁਣ ਜੋ ਅੱਛੀ ਕੁੱਕ ਹੈ ਤਾਂ ਉਹਦੀ ਕੁਕਿੰਗ ਉਹਦੀ ਹॉबी ਹੈ ਤਾਂ ਵਧੀਆ ਚੀਜ਼ਾਂ ਹੀ ਬਣਾਉਂਦੀ ਹੋਏਗੀ। ਤੁਸੀਂ ਉਹ ਵੀ ਲਿਖੋਗੇ ਕਿ ਬਹੁਤ ਸਵਾਦਿਸ਼ਟ ਕੀ ਬਣਾਉਂਦੀ ਹੈ, ਕੁਕੀਜ਼ ਬਣਾਉਂਦੀ ਹੈ, ਕੇਕਸ ਬਣਾਉਂਦੀ ਹੈ। ਹੁਣ ਜੇ ਅਸੀਂ ਦੱਸਿਆ ਕਿ ਉਹ ਗਾਰਡਨਿੰਗ ਵੀ ਕਰਦੀ ਹੈ ਤਾਂ ਉਹਦੇ ਬਾਰੇ ਵੀ ਕੁਝ ਲਿਖੋਗੇ। ਮਾਈ ਨੇਬਰ ਹੈਜ਼ ਅ ਲਵਲੀ ਗਾਰਡਨ ਵਿਦ ਲੋਟਸ ਆਫ ਫਲਾवर ਵਿਦ ਲਾਈਕ ਟਿਊਲਿਪਸ, ਰੋਜ਼ਸ, ਲਿਲੀਜ਼ ਐਕਸੈਕਟਰਾ। ਤੇ ਮੇਰੀ ਨੇਬਰ ਕੋਲ ਬਹੁਤ ਹੀ ਸੋਹਣਾ ਗਾਰਡਨ ਹੈ ਜਿਹਦੇ ਵਿੱਚ ਬਹੁਤ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਨੇ। ਐਗਜ਼ਾਮਪਲ ਦੇ ਦਿਓ, ਟਿਊਲਿਪ ਲੱਗੀ ਹੈ, ਰੋਜ਼ ਲੱਗਾ ਹੈ, ਲਿਲੀ ਲੱਗਾ ਹੈ, ਜੋ ਵੀ ਤੁਹਾਨੂੰ ਨਾਮ ਆਉਂਦੇ ਨੇ ਜਿਹਦੇ ਸਪੈਲ ਤੁਸੀਂ ਈਜ਼ਲੀ ਸਪੈਲ ਕਰ ਸਕੋ। ਸ਼ੀ ਹੈਜ਼ 3 ਕਿਡਸ। ਉਹਦੇ 3 ਬੱਚੇ ਨੇ। ਆਈ ਲਵ ਪਲੇਇੰਗ ਵਿਦ ਮਾਈ ਨੇਬਰਸ ਕਿਡ। ਮੈਨੂੰ ਉਹਦੇ ਬੱਚਿਆਂ ਨਾਲ ਖੇਡ ਕੇ ਬਹੁਤ ਅੱਛਾ ਲੱਗਦਾ ਹੈ। ਸ਼ੀ ਟੇਕਸ ਮੀ ਟੂ ਪਲੇਸਿਸ ਲਾਈਕ ਅਮਿਊਜ਼ਮੈਂਟ ਪਾਰਕਸ, ਬੀਚਿਸ, ਜ਼ੂ ਐਕਸੈਕਟਰਾ। ਉਹ ਮੈਨੂੰ ਡਿਫਰੈਂਟ ਪਲੇਸਿਸ 'ਚ ਆਪਣੇ ਨਾਲ ਘੁਮਾਉਣ ਲੈ ਕੇ ਜਾਂਦੀ ਹੈ। ਐਗਜ਼ਾਮਪਲ ਕੋਈ ਵੀ ਲਿਖ ਸਕਦੇ ਹੋ ਜੋ ਤੁਹਾਨੂੰ ਸਪੈਲਿੰਗ ਈਜ਼ਲੀ ਆਉਂਦੇ ਨੇ। ਟੈਂਪਲ, ਗੁਰਦੁਆਰਾ, ਜੋ ਵੀ ਤੁਹਾਨੂੰ ਆਉਂਦਾ ਹੈ। ਸ਼ੀ ਟੇਕਸ ਕੇਅਰ ਆਫ ਮੀ ਵੈਨ ਐਵਰ ਮਾਈ ਪੇਰੈਂਟਸ ਗੋ ਆਊਟ। ਜਦੋਂ ਵੀ ਮੇਰੇ ਪੇਰੈਂਟਸ ਬਾਹਰ ਜਾਂਦੇ ਨੇ ਉਹ ਮੇਰਾ ਧਿਆਨ ਰੱਖਦੇ ਨੇ। ਸਮਟਾਈਮ ਸ਼ੀ ਪਲੇਜ਼ ਵਿਦ ਮੀ। ਕਦੀ ਕਦੀ ਉਹ ਵੀ ਮੇਰੇ ਨਾਲ ਖੇਡਦੀ ਹੈ। ਸ਼ੀ ਹੈਲਪਸ ਮੀ ਇਨ ਮਾਈ ਸਟੱਡੀਜ਼ ਵੈਨ ਐਵਰ ਮਾਈ ਮਦਰ ਇਜ਼ ਬਿਜ਼ੀ ਐਟ ਹੋਮ। ਜਦੋਂ ਮੇਰੀ ਮਦਰ ਕਿਸੇ ਚੀਜ਼ 'ਚ ਬਿਜ਼ੀ ਹੁੰਦੀ ਹੈ ਤਦ ਵੀ ਉਹ ਮੇਰੀ ਸਟੱਡੀਜ਼ ਵਿੱਚ ਹੈਲਪ ਕਰਦੇ ਨੇ। ਯੂ ਸ਼ੁੱਡ ਲਵ ਯੋਰ ਨੇਬਰ ਐਜ਼ ਯੋਰ ਸੈਲਫ। ਤੁਹਾਨੂੰ ਆਪਣੇ ਨੇਬਰ ਨਾਲ ਉਂਝ ਹੀ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੁਸੀਂ ਆਪਣੇ ਆਪ ਨੂੰ ਕਰਦੇ ਹੋ। ਉਹਨਾਂ ਨੂੰ ਰਿਸਪੈਕਟ ਦਿਓ ਤੇ ਡਿਸਰਿਸਪੈਕਟਫੁਲ ਨਾ ਹੋਵੋ। ਠੀਕ ਹੈ। ਉਹਨਾਂ ਦੀ ਕੇਅਰ ਕਰੋ। ਉਹਨਾਂ ਨੂੰ ਲੋੜ ਪਵੇ ਤੁਸੀਂ ਵੀ ਉਹਨਾਂ ਦੀ ਹਮੇਸ਼ਾ ਹੈਲਪ ਕਰੋ ਜਿਵੇਂ ਉਹ ਤੁਹਾਡੀ ਕਰਦੇ ਨੇ। ਲਾਸਟ ਇਜ਼ ਟ੍ਰਾਂਸਲੇਸ਼ਨ। ਠੀਕ ਹੈ। ਦੋ ਨੇ, ਇੱਕ ਇੰਗਲਿਸ਼ ਟੂ ਪੰਜਾਬੀ, ਇੱਕ ਪੰਜਾਬੀ ਟੂ ਇੰਗਲਿਸ਼। ਪੰਜਾਬੀ ਵਾਲੀ ਮੈਂ ਸੋਲਵ ਕੀਤੀ ਹੋਈ ਹੈ। ਤੁਹਾਨੂੰ ਕੁਝ ਪੈਸੇ ਉਧਾਰ ਦੇ ਸਕਦਾ ਹਾਂ। ਆਈ ਕੈਨ ਲੈਂਡ ਯੂ ਸਮ ਮਨੀ। ਟੀਚ ਹਿਮ ਟੂ ਲਿਸਨ ਟੂ ਆਲ ਮੈਨ। ਤੁਹਾਡਾ ਫਸਟ ਚੈਪਟਰ 'ਚ ਗਰੂਮਿੰਗ ਆਫ ਅ ਬॉय 'ਚ ਇਹ ਲਾਈਨ ਹੈ। ਇਹਦੀ ਟ੍ਰਾਂਸਲੇਸ਼ਨ ਕੀ ਹੋਏਗੀ ਪੰਜਾਬੀ ਦੇ ਵਿੱਚ ਉਹ ਵੀ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਣੀ ਹੈ। ਯੂ ਕੈਨ ਰਾਈਟ ਪੰਜਾਬੀ ਇਨ ਹਿੰਦੀ। ਮਤਲਬ ਕਿ ਤੁਹਾਨੂੰ ਇੰਗਲਿਸ਼ ਤੁਹਾਨੂੰ ਪੰਜਾਬੀ ਫੌਂਟਸ ਲਿਖਣ ਦੀ ਲੋੜ ਨਹੀਂ ਹੈ। ਤੁਸੀਂ ਪੰਜਾਬੀ ਨੂੰ ਇੰਗਲਿਸ਼ ਵਿੱਚ ਲਿਖ ਕੇ ਵੀ ਇਹਨੂੰ ਆਨਸਰ ਕਰ ਸਕਦੇ ਹੋ। ਮੈਂ ਚੈੱਕ ਕਰਾਂਗੀ ਤੇ ਤੁਹਾਨੂੰ ਰਿਵਰਟ ਕਰਾਂਗੀ ਕਮੈਂਟ ਸੈਕਸ਼ਨ ਦੇ ਵਿੱਚ ਹੀ ਕਿ ਤੁਹਾਡਾ ਆਨਸਰ ਰਾਈਟ ਸੀ ਕਿ ਰੋਂਗ ਸੀ। ਠੀਕ ਹੈ। ਸੋ 2 ਕੁਐਸਚਨ ਤੁਸੀਂ ਆਨਸਰ ਕਰਨੇ ਨੇ। ਸਿਨੋਨਿਮ ਆਫ what? Ordinary and this translation. And with this, our today's video comes to an end. ਅਸੀਂ ਸਾਰਾ ਆਪਣਾ ਸੈਂਪਲ ਪੇਪਰ ਸੋਲਵ ਕਰ ਲਿਆ ਚੰਗੀ ਤਰ੍ਹਾਂ ਸਮਝ ਕੇ। ਜੇ ਵੀਡੀਓ ਯੂਜ਼ਫੁਲ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ ਐਂਡ ਸਬਸਕ੍ਰਾਈਬ ਟੂ ਮਾਈ ਚੈਨਲ ਸੁਖਸ਼ਾ ਮੈਮ ਕੀ ਕਲਾਸਿਸ। ਜੋ ਮੇਰੇ ਮੈਂਬਰਸ ਨੇ ਉਹਨਾਂ ਨੂੰ ਇਹ PDF ਮੇਰੇ ਕਮਿਊਨਿਟੀ ਸੈਕਸ਼ਨ ਦੇ ਵਿੱਚ ਮਿਲ ਜਾਏਗਾ। ਬਾਏ, ਟੇਕ ਕੇਅਰ।